Welcome to my all viewers on my YouTube channel. Today I'm making a special session related to a class 10th. This session is related to the poem of the class 10th, Razia the Tigress. In this sessions I will talking about their how to animals live their lives, and it is also show their emotions like a human beings. So this poem is based upon like a story of a tigress name was Razia, and in the end of this session I will also give their question answers of this video, and I will also make a second session related to this video which has been related to their stanzas. Now without wasting your time, we are starting from this session. ਇਹ ਸੈਸ਼ਨ ਜਿਹੜਾ ਇੱਕ ਬੇਸਡ ਆ ਇੱਕ ਐਨੀਮਲਸ ਦੇ ਉੱਤੇ, ਇੱਕ ਟਾਈਗਰਸ ਦੇ ਉੱਤੇ, ਜਿਹੜੀ ਕਿ ਇਹ ਚੀਜ਼ ਸ਼ੋਅ ਕਰਦੀ ਆ ਵੀ ਇੱਕ ਮਾਂ ਦਾ ਦਿਲ ਜਿਹੜਾ ਹੁੰਦਾ ਵਾ ਉਹ ਬਹੁਤ ਵੱਡਾ ਹੁੰਦਾ ਵਾ ਅਤੇ ਉਹ ਹਮੇਸ਼ਾ ਆਪਣੇ ਬੱਚਿਆਂ ਬਾਰੇ ਸੋਚਦੀ ਆ, ਚਾਹੇ ਉਹ ਐਨੀਮਲ ਹੋਣ ਚਾਹੇ ਉਹ ਹਿਊਮਨ ਬੀਇੰਗ ਹੋਣ। ਤਾਂ ਇਹ ਚੀਜ਼ ਦਿਖਾਈ ਗਈ ਹੈ ਇਸ ਚੈਪਟਰ ਦੇ ਥਰੂ, ਅਤੇ ਇਸ ਚੈਪਟਰ ਨੂੰ ਅਸੀਂ ਹੁਣ ਦੇਖਦੇ ਹਾਂ। ਰਜ਼ੀਆ ਦੀ ਟਾਈਗਰਸ ਦੀ ਪ੍ਰੈਜ਼ੈਂਟ ਪੋਇਮ ਇਜ਼ ਸਕ੍ਰੈਚਲਸ ਬਿਫੋਰ ਟੂ ਦੀ ਰੀਡਰਸ of the world is fasting depleting natural resources which is to the threatening to the wildlife around us। ਕਹਿੰਦੇ ਇਹ ਚੀਜ਼ਾਂ, ਇਹ ਪੋਇਮ ਸਾਨੂੰ ਇਹ ਚੀਜ਼ ਦੱਸਦੀ ਹੈ ਵੀ ਜਿਹੜੇ ਕੁਦਰਤੀ ਸਾਧਨ ਨੇ, ਜਿਵੇਂ ਕਿ ਸਾਡੇ ਜੰਗਲੀ ਜਾਨਵਰ, ਅਸੀਂ ਉਹਨਾਂ ਨੂੰ ਖਤਮ ਕਰਦੇ ਜਾ ਰਹੇ ਹਾਂ। ਰਜ਼ੀਆ ਦੀ ਟਾਈਗਰਸ is worried about her partner and two cubs who like many others tigers cubs and are in danger in being poached and killed। ਕਹਿੰਦੇ ਵੀ ਜਿਹੜੇ ਇਹਦੇ ਵਿੱਚ ਇੱਕ ਪੋਇਮ ਦੇ ਵਿੱਚ ਦਿਖਾਇਆ ਗਿਆ, ਰਜੀਆ ਜਿਹੜੀ ਇੱਕ ਟਾਈਗਰੈਸ ਆ, ਫੀਮੇਲ ਟਾਈਗਰੈਸ ਆ, ਅਤੇ ਉਹ ਆਪਣੇ ਮੇਲ ਪਾਰਟਨਰ ਦੇ ਬਾਰੇ ਬਹੁਤ ਜ਼ਿਆਦਾ ਵਰੀ ਆ, ਅਤੇ ਆਪਣੇ ਦੋ ਛੋਟੇ ਛੋਟੇ ਬੱਚਿਆਂ ਦੇ ਬਾਰੇ। ਅਤੇ ਉਹ ਜਿਵੇਂ ਹੋਰ ਜਾਨਵਰ ਨੇ, ਜਿਵੇਂ ਟਾਈਗਰਸ ਅਤੇ ਹੋਰ ਜ਼ਿਆਦਾ ਚੀਜ਼ਾਂ ਨੇ, ਉਹਨਾਂ ਨੂੰ ਕੀ ਸ਼ਿਕਾਰ ਬਣਾਇਆ ਜਾ ਰਿਹਾ ਲੋਕਾਂ ਦੁਆਰਾ, ਤਾਂ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਜਿਹੜਾ ਰਾਈਟਰ ਆ ਕੇ ਦਾਰੂਵਾਲਾ, ਉਹ ਇਹਦੇ ਵਿੱਚ ਚੀਜ਼ਾਂ ਦੱਸਣਾ ਚਾਹੁੰਦਾ ਵੀ ਸਾਨੂੰ ਕੀ ਆ, ਬੰਦੇ ਦੀਆਂ ਇੰਨੀਆਂ ਜ਼ਰੂਰਤਾਂ ਵੱਧ ਚੁੱਕੀਆਂ ਨੇ ਕਿ ਉਹ ਅੱਜ ਕੱਲ੍ਹ ਹਿਊਮਨ ਬੀਇੰਗਸ ਜਿਹੜੀਆਂ ਨੇ ਉਹ ਨੈਚੁਰਲ ਰਿਸੋਰਸਿਸ ਨੂੰ ਵੀ ਇਫੈਕਟ ਕਰ ਰਹੀਆਂ ਨੇ, ਵਾਈਲਡ ਲਾਈਫ ਨੂੰ ਵੀ ਇਫੈਕਟ ਕਰਦੀਆਂ ਨੇ। ਅੱਜ ਕੱਲ੍ਹ ਜਿਹੜੇ ਬੰਦੇ ਦੀ ਜਿਹੜਾ ਸੁਭਾਅ ਆ, ਬਿਹੇਵੀਅਰ ਆਫ ਆ ਹਿਊਮਨਸ ਇਜ਼ ਆਲਸੋ ਲਾਈਕ ਟੂ ਦੀ ਐਨੀਮਲਸ, ਵੀ ਜਿਹੜੇ ਬੰਦੇ ਦੀਆਂ ਬਿਹੇਵੀਅਰ ਆ ਉਹ ਵੀ ਇੱਕ ਤਰ੍ਹਾਂ ਦਾ ਐਨੀਮਲਸ ਬਣ ਚੁੱਕਿਆ। ਬਟ ਐਨੀਮਲਸ ਇਜ਼ ਸ਼ੋ ਦੇਅਰ ਬੈਟਰਸ, ਬਟ ਜਿਹੜੇ ਐਨੀਮਲਸ ਨੇ ਉਹ ਜ਼ਿਆਦਾ ਵਧੀਆ ਸ਼ੋਅ ਕਰਦੇ ਆ। ਅਸੀਂ ਇਸ ਪੋਇਮ ਦੇ ਵਿੱਚ ਪੜ੍ਹਾਂਗੇ ਰਜ਼ੀਆ ਦੀ ਟਾਈਗਰਸ ਦੇ ਵਿੱਚ। ਸਟਾਰਟ ਕਰਦੇ ਹਾਂ ਵੀ ਰਜ਼ੀਆ ਜਿਹੜੀ ਕਿ ਕੀ ਆ, ਇਕੱਲੀ ਟਾਈਗਰਸ ਆ ਜਿਹੜੀ ਕਿ ਉਹ ਜੰਗਲ ਦੇ ਵਿੱਚ ਰਹਿ ਰਹੀ ਆ। ਉਹਦੇ ਦੋ ਛੋਟੇ ਜਿਹੇ ਬੱਚੇ ਨੇ ਜਿਨ੍ਹਾਂ ਦਾ ਉਹਨੇ ਹਲੇ ਨਾਮ ਨਹੀਂ ਰੱਖਿਆ ਹੈ, ਉਹ ਹਲੇ ਨਿਊ ਬੋਰਨ ਬੇਬੀਜ਼ ਨੇ। ਤਾਂ ਰਜ਼ੀਆ ਲੀਵਸ ਅਲੋਨ, ਵੀ ਉਹ ਇਕੱਲੀ ਰਹਿ ਰਹੀ ਆ। ਹਰ ਟੂ ਕਵਸ ਹੈਵ ਡਜ਼ ਨਾਟ ਜਟ ਬੀਨ ਨੇਮਡ, ਉਹਨਾਂ ਦਾ ਹਲੇ ਕੋਈ ਨਾਮ ਵੀ ਨਹੀਂ ਰੱਖਿਆ ਗਿਆ। ਸ਼ੇਰੂ ਵਿਰਲਸ ਪਲੇਡ ਵਿਦ ਦੈਮ ਐਂਡ ਨਾਓ ਹੀ ਵਾਜ਼ ਗੋਨ ਔਰ ਵਟ ਅ ਸ਼ੇਮ। ਕਹਿੰਦੇ ਵੀ ਹੁਣ ਜਿਹੜਾ ਸ਼ੇਰੂ, ਜਿਹੜਾ ਕਿ ਉਹਦਾ ਹਸਬੈਂਡ ਆ, ਜਾਂ ਤੁਸੀਂ ਕਹਿ ਦਿਓ ਉਹਦਾ ਮੇਲ ਮੇਲ ਪਾਰਟਨਰ ਆ, ਅਤੇ ਉਹ ਕੀ ਆ ਹੁਣ ਉਹਨਾਂ ਨਾਲ ਪਲੇ ਕਰ ਰਿਹਾ, ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਸਭ ਤੋਂ ਵੱਡੀ ਸ਼ੇਮ ਦੀ ਗੱਲ ਆ। ਜਿਹੜਾ ਸ਼ੇਰੂ ਵਾਜ਼ ਅ ਐਕਸਪਰਟ ਔਨ ਆ ਵਿੰਡਸ ਨੋ ਹਾਊ ਦੇਅਰ ਵਾਜ਼ ਦੀ ਟਰਾਂਸਫਰਡ ਡੇਲਰਸ ਐਂਡ ਹਿਲ। ਕਹਿੰਦਾ ਜਿਹੜਾ ਸ਼ੇਰੂ ਆ ਉਹ ਬਹੁਤ ਚੀਜ਼ਾਂ ਬਾਰੇ ਜਾਣਦਾ, ਹਵਾਵਾਂ ਦੇ ਰੁੱਖਾਂ ਨੂੰ ਪੜ੍ਹਦਾ ਵਾ ਵੀ ਉਹ ਕਿਵੇਂ ਚੱਲਦੀਆਂ ਨੇ ਅਤੇ ਕਿਵੇਂ ਆਉਂਦੀਆਂ ਨੇ। ਐਂਡ ਵੇਅਰ ਦੇ ਪੁੱਟ ਅਪ ਟੂ ਦੀ ਫੋਰ ਅ ਨਾਈਟ ਐਂਡ ਦੇਅਰ ਇਜ਼ ਨੋ ਲੀਫ ਸਟਿਬਲ ਐਂਡ ਆਲ ਵਰ ਸਟਿਲ। ਕਹਿੰਦੇ ਹੁਣ ਕੀ ਆ, ਜਿਹੜੀ ਰਾਤ ਜਮਾਂ ਹੀ ਖੜ੍ਹ ਜਾਂਦੀ ਆ ਅਤੇ ਉਹ ਜਿਹੜੇ ਦਰਖਤ ਨੇ ਉਹ ਵੀ ਹਿੱਲਣੋਂ ਰਹਿ ਜਾਂਦੇ ਆ ਅਤੇ ਜਮਾਂ ਹੀ ਸਟਿਲ ਹੋ ਜਾਂਦੇ ਆ। ਹੀ ਨਿਊ ਹਿਜ਼ ਵਿੰਡ ਐਂਡ ਦੇਅਰ ਟ੍ਰੈਫਿਕ ਲੇਨਸ, ਹੀ ਨੋਨ ਦੀ ਡੇਅਰ ਵੁੱਡ ਬੀ ਅ ਸਮੈਲ ਹਿਮ ਆਊਟ। ਕਹਿੰਦੇ ਉਹ ਕੀ ਆ, ਹਵਾਵਾਂ ਦੇ ਰੁੱਖ ਨੂੰ ਜਾਣਦਾ ਵਾ ਅਤੇ ਉਹ ਪਤਾ ਲੱਗਦਾ ਵੀ ਉਹਨੂੰ ਕਿਹੜੀਆਂ ਚੀਜ਼ਾਂ ਨੇ, ਉਹ ਡੀਅਰ ਦੀ ਸਮੈਲ ਨੂੰ ਸੁੰਘ ਸਕਦਾ ਵਾ, ਅਤੇ ਜਿਹੜੀ ਉਹ ਥੱਲੜੀ ਜਿਹੜੀਆਂ ਹਵਾਵਾਂ ਨੇ ਉਹਦੇ ਵਿੱਚ ਜਾਂਦਾ ਵਾ। ਦੇ ਵਰ ਇਨ ਡੀਅਰ ਡਾਊਨ ਵਿੰਡਸ, ਉਹ ਹਮੇਸ਼ਾ ਥੱਲੜੀ ਲੈਵਲ ਦੇ ਵਿੱਚ ਆ। ਦਿਖਾਇਆ ਗਿਆ ਵੀ ਕਿਸ ਤਰੀਕੇ ਨਾਲ ਸ਼ੇਰੂ ਜਿਹੜਾ ਵਾ ਉਹ ਹਿਰਨ ਦਾ ਸ਼ਿਕਾਰ ਕਰਦਾ, ਡੀਅਰ ਦਾ ਸ਼ਿਕਾਰ ਕਰਦਾ ਵਾ। ਉਹਨੂੰ ਸ਼ਿਕਾਰ ਕਰਨ ਦੇ ਲਈ ਉਹ ਕੀ ਆ, ਹਵਾਵਾਂ ਦੇ ਰੁੱਖ ਨੂੰ ਜਾਣਦਾ ਵਾ। ਉਹ ਕੀ ਆ, ਕਰੈਲ ਕਰਕੇ ਜਾਂਦਾ ਵਾ, ਰਗੜਦਾ ਹੋਇਆ ਆਪਣੇ ਆਪ ਨੂੰ ਧਰਤੀ 'ਤੇ ਜਾਂਦਾ ਵਾ, ਤਾਂ ਜੋ ਉੱਪਰਲੀ ਹਵਾ ਦੇ ਵਿੱਚ ਜਿਹੜਾ ਹਿਰਨ ਆ ਉਹਨੂੰ ਉਹਦੀ ਸਮੈਲ ਨਾ ਆ ਜਾਵੇ। ਅਤੇ ਉਹ ਕੀ ਆ, ਹਿਰਨ ਦੀ ਸਮੈਲ ਜਿਹੜੀ ਆ ਉਹ ਉੱਪਰਲੀ ਹਵਾਵਾਂ ਤੋਂ ਸੁੰਘ ਕੇ ਥੱਲੇ ਨੂੰ ਜਾਂਦਾ ਹੋਇਆ ਰਗੜਦਾ ਜਾਂਦਾ ਵਾ। ਹੀ ਆਲਵੇਜ਼ ਬਿਲਡ ਟੂ ਦੀ ਕਰੋਲ ਲੈਂਡ ਕਰੋਚਰਸ ਐਂਡ ਟੇਕਸ ਟੂ ਦੀ ਲੌਂਗ ਸਰਕੂਲਰ ਰੂਟ। ਉਹ ਕੀ ਆ, ਹਮੇਸ਼ਾ ਕੀ ਆ, ਲੰਬਾ ਸਰਕਲ ਲੈਂਦਾ ਵਾ, ਅਤੇ ਉਹ ਕੀ ਆ, ਧਰਤੀ ਦੇ ਉੱਤੇ ਖਚਰਦਾ ਹੋਇਆ ਜਾਂਦਾ ਵਾ। ਉਹ ਆਪਣੇ ਆਪ ਨੂੰ ਇੰਨਾ ਕੁ ਲੁਕੋ ਕੇ ਰੱਖਦਾ ਜਾਂ ਬਰੱਸ਼ ਕਰਕੇ ਰੱਖਦਾ ਵਾ ਤਾਂ ਜੋ ਕੋਈ ਉਹਨੂੰ ਪਛਾਣ ਨਾ ਸਕੇ ਅਤੇ ਉਹਦੀ ਸਮੈਲ ਨੂੰ ਕੋਈ ਪਤਾ ਨਾ ਲੱਗ ਜਾਵੇ। ਅਤੇ ਉਹ ਆਪਣੀ ਸਮੈਲ ਨੂੰ ਕੀ ਆ, ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਅਤੇ ਉਹ ਕੀ ਆ, ਜਦੋਂ ਵੀ ਉਹਦੇ ਉੱਤੇ ਹਮਲਾ ਕਰਦਾ ਵਾ
ਕਦੇ ਵੀ ਡੀਅਰ ਦੇ ਉੱਤੇ, ਤਾਂ ਉਹ ਕੀ ਕਰਦਾ, ਉਹਨੂੰ ਪੂਰੀ ਤਰ੍ਹਾਂ ਜਕੜ ਲੈਂਦਾ ਵਾ ਆਪਣੇ ਪੰਜਿਆਂ ਦੇ ਵਿੱਚ, ਤਾਂ ਜੋ ਕੀ ਆ ਕੋਈ ਵੀ ਡੀਅਰ ਉਹਦੇ ਪੰਜੇ ਤੋਂ ਬਚ ਕੇ ਨਾ ਜਾ ਸਕੇ। ਉਹਨੂੰ ਫੜ ਕੇ ਉਹਨੂੰ ਕੀ ਆ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਵਾ। ਅਤੇ ਬਟ ਜਿਹੜੀ ਹੁਣ ਸ਼ੇਰੂ ਜਿਹੜਾ ਵਾ ਉਹ ਇੱਕ ਵਾਰ ਸ਼ਿਕਾਰ ਕਰਨ ਗਿਆ ਅਤੇ ਉਹ ਵਾਪਸ ਨਹੀਂ ਆਉਂਦਾ ਕਈ ਦਿਨ। ਤਾਂ ਜਿਹੜੀ ਰਜ਼ੀਆ ਵਾ ਉਹਦਾ ਦਿਲ ਕੀ ਆ ਕਾਫੀ ਡਰਿਆ ਬੈਠਾ ਹੁੰਦਾ, ਕਿਉਂਕਿ ਜੇਕਰ ਉਹ ਆਪਣੇ ਹਸਬੈਂਡ ਦੇ ਪਿੱਛੇ ਜਾਂਦੀ ਹੈ, ਯਾਨੀ ਕਿ ਸ਼ੇਰੂ ਦੇ ਪਿੱਛੇ ਜਾਂਦੀ ਆ ਉਹਨੂੰ ਲੱਭਣ, ਤਾਂ ਜਿਹੜੇ ਉਹਦੇ ਛੋਟੇ ਬੱਚੇ ਨੇ ਤਾਂ ਉਹਨਾਂ ਦੀ ਕੋਈ ਸੇਫਟੀ ਨਹੀਂ ਰਹੇਗੀ, ਕਿਉਂਕਿ ਹੈਨੀਅਨਸ ਜਿਹੜੇ ਨੇ, ਜਿਹੜੇ ਸ਼ਿਕਾਰੀ ਲੱਕੜਬੱਗੇ ਹੁੰਦੇ ਆ, ਉਹ ਕੀ ਆ ਉਹਦੇ ਬੱਚਿਆਂ ਨੂੰ ਆ ਕੇ ਖਾ ਜਾਣਗੇ। ਜੇਕਰ ਉਹ ਉਹਨੂੰ ਨਾ ਦੇਖਣਗੇ ਤਾਂ ਉਹ ਭੁੱਖ ਦੇ ਮਾਰੇ ਮਰ ਜਾਣਗੇ, ਕਿਉਂਕਿ ਉਹਨਾਂ ਨੂੰ ਭੁੱਖ ਬਹੁਤ ਲੱਗੀ ਹੋਈ ਆ। ਤਾਂ ਰਜ਼ੀਆ ਟਾਈਗਰੈਸ ਕੀ ਆ ਉਹ ਹੁਣ ਫੀਅਰ ਦੇ ਵਿੱਚ ਆ, ਨਾ ਉਹ ਇੱਥੇ ਜਾ ਸਕਦੀ ਆ, ਨਾ ਉਹ ਕਿਤੇ ਆ ਸਕਦੀ ਆ। ਅਤੇ ਉਹਨੂੰ ਇਹ ਵੀ ਡਰ ਆ ਵੀ ਜਿਹੜੇ ਅਪਰੋਚਰਸ ਨੇ, ਜਾਣੀ ਕਿ ਜਿਹੜੇ ਸ਼ਿਕਾਰੀ ਨੇ, ਉਹ ਵੀ ਆਪਣੀ ਗਨਸ ਲੈ ਕੇ ਆਲੇ ਦੁਆਲੇ ਆ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਵਾ ਅੱਜ ਕੱਲ੍ਹ ਜਿਹੜੇ ਜੰਗਲਾਂ ਦੇ ਵਿੱਚ ਸ਼ਿਕਾਰ ਬਹੁਤ ਜ਼ਿਆਦਾ ਵੱਧ ਗਏ ਨੇ, ਕਿਉਂਕਿ ਜਿਹੜੇ ਲੋਕ ਨੇ ਉਹ ਕੀ ਆ ਜਾਨਵਰਾਂ ਦਾ ਸ਼ਿਕਾਰ ਸਿਰਫ ਆਪਣੇ ਮਨੋਰੰਜਨ ਲਈ ਕਰ ਰਹੇ ਨੇ ਅਤੇ ਆਪਣੇ ਫਾਇਦੇ ਲਈ ਕਰ ਰਹੇ ਨੇ। ਤਾਂ ਇਸ ਚੀਜ਼ ਤੋਂ ਵੀ ਬਹੁਤ ਜ਼ਿਆਦਾ ਡਰ ਲੱਗਦਾ ਵਾ। ਸ਼ੇਰੂ ਹੀ ਸੀ ਜਿਹੜਾ ਕਿ ਉਹਨਾਂ ਦਾ ਸਾਰੇ ਜਣਿਆਂ ਦਾ ਢਿੱਡ ਭਰਦਾ ਸੀ। ਤਾਂ ਰਜ਼ੀਆ ਕੀ ਆ ਹੁਣ ਉਹਦੀ ਵੇਟ ਕਰ ਰਹੀ ਆ ਆਪਣੀ ਉਹ ਕੇਵਸ ਦੇ ਵਿੱਚ ਵੀ, ਕਦੋਂ ਸ਼ੇਰੂ ਵਾਪਸ ਆਏਗਾ ਅਤੇ ਕਦੋਂ ਉਹ ਕੀ ਨੇ ਸ਼ਿਕਾਰ ਕੁਛ ਕਰਕੇ ਲੈ ਕੇ ਆਵੇਗਾ ਅਤੇ ਸਾਡਾ ਢਿੱਡ ਭਰੇਗਾ। ਜੇਕਰ ਉਹ ਉਹਨੂੰ ਛੱਡ ਕੇ ਬੱਚਿਆਂ ਨੂੰ ਜਾ ਰਹੀ ਆ ਤਾਂ ਹੈਨੀਅਨਸ ਖਾ ਜਾਣਗੇ। ਜੇਕਰ ਉਹ ਵਾਪਸ ਨਾ ਆ ਸਕੀ ਸ਼ੇਰੂ ਦੀ ਤਰ੍ਹਾਂ, ਉਹਨੂੰ ਇਹ ਵੀ ਡਰ ਆ ਵੀ ਕਿਤੇ ਸ਼ੇਰੂ ਨੂੰ ਅਪਰੋਚਰਸ ਨੇ ਤਾਂ ਨਹੀਂ ਫੜ ਲਿਆ। ਜੇਕਰ ਅਪਰੋਚਰਸ ਨੇ ਫੜ ਲਿਆ ਤਾਂ ਉਹਨੂੰ ਕੀ ਆ ਕਿਸੇ ਯੂ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਪਾ ਦੇਣਗੇ। ਤਾਂ ਇਹ ਡਰ ਦੇ ਨਾਲ ਉਹ ਬੈਠੀ ਆ, ਆਪਣੇ ਦੋ ਹੀ ਚੀਜ਼ਾਂ ਦੇ ਨਾਲ ਜਕੜੀ ਹੋਈ ਆ। ਨਾ ਉਹ ਆਪਣੀ ਮਮਤਾ ਦੇ ਕਾਰਨ ਆਪਣੇ ਬੱਚਿਆਂ ਨੂੰ ਵੀ ਨਹੀਂ ਛੱਡ ਕੇ ਜਾ ਸਕਦੀ ਅਤੇ ਆਪਣੇ ਮੇਲ ਪਾਰਟਨਰ ਨੂੰ ਵੀ ਨਹੀਂ ਲੱਭ ਸਕਦੀ। ਜੇਕਰ ਉਹਨੂੰ ਲੱਭਣ ਜਾਏਗੀ ਤਾਂ ਉਹਨਾਂ ਦੇ ਬੱਚੇ ਖਾਧੇ ਜਾਣਗੇ, ਅਤੇ ਜੇਕਰ ਉਹ ਸ਼ੇਰੂ ਨੂੰ ਨਹੀਂ ਲੱਭਦੀ ਤਾਂ ਉਹ ਭੁੱਖ ਨਾਲ ਮਰ ਜਾਣਗੇ। ਤਾਂ ਇਹ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਫਸੀਆਂ ਰਹਿੰਦੀਆਂ ਨੇ। ਹੁਣ ਦੇਖੋ ਕੇ ਦਾਰੂਵਾਲਾ ਜੀ, ਜਿਹੜੇ ਕਿ ਇੱਕ ਗ੍ਰੇਟ ਕੰਟੈਂਪਰਰੀ ਨੇ ਅਤੇ ਇੰਡੀਅਨ ਪੋਇਟ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਉਹਨਾਂ ਦਾ ਜਨਮ ਜਿਹੜਾ ਹੋਇਆ ਸੀ ਲਾਹੌਰ ਦੇ ਵਿੱਚ ਹੋਇਆ 1937। ਉਹਨਾਂ ਨੇ ਐਜੂਕੇਟ ਹੋਏ ਨੇ ਗੌਰਮੈਂਟ ਕਾਲਜ ਲੁਧਿਆਣਾ ਦੇ ਵਿੱਚ, ਜਿਹੜਾ ਕਿ ਕਰੰਟਲੀ ਹੁਣ ਲੀਵ ਕਰ ਰਹੇ ਨੇ ਨਿਊ ਦਿੱਲੀ ਦੇ ਵਿੱਚ। ਉਹਨਾਂ ਨੇ ਕਈ ਸਾਰੇ ਜਿਹੜੇ ਅਵਾਰਡ ਨੇ ਉਹ ਜਿੱਤੇ ਨੇ, ਜਿਵੇਂ ਸਾਹਿਤਯ ਅਕੈਡਮੀ ਅਵਾਰਡ, ਕਾਮਨਵੈਲਥ ਪੋਇਟਰੀ ਅਵਾਰਡਸ। ਤਾਂ ਇਹ ਕਈ ਤਰ੍ਹਾਂ ਦੀਆਂ ਜਿੱਤੀਆਂ ਨੇ। ਅਤੇ ਉਹਨਾਂ ਨੇ ਹਮੇਸ਼ਾ ਜਿਹੜੀਆਂ ਰਾਈਟਿੰਗ ਆ ਉਹ ਇਸ ਬੇਸ ਦੇ ਉੱਤੇ ਰੱਖੀ ਆ ਵੀ ਤਾਂ ਜੋ ਕੀ ਆ ਐਨੀਮਲਸ ਦੇ ਬਾਰੇ ਸਾਰਿਆਂ ਨੂੰ ਦੱਸਿਆ ਜਾ ਸਕਦਾ ਵਾ, ਅਤੇ ਐਨੀਮਲਸ ਕਿਸ ਤਰੀਕੇ ਨਾਲ ਕੰਮ ਕਰਦੇ ਆ ਜਾਂ ਐਨੀਮਲਸ ਦੇ ਉੱਤੇ ਕੀ ਹੁੰਦਾ। ਦੇਖੋ ਅਪਰੋਚਰਸ ਦੇ ਡਰ ਦੇ ਨਾਲ ਜਿਹੜੇ ਐਨੀਮਲਸ ਨੇ ਉਹ ਆਪਣੇ ਜੰਗਲ ਤੋਂ ਬਾਹਰ ਵੀ ਨਿਕਲ ਸਕਦੇ, ਅਤੇ ਸ਼ੇਰੂ ਸ਼ਾਇਦ ਉਹ ਸੋਚਦੀ ਹੋਏਗੀ, ਜਿਹੜੀ ਉਹਦੀ ਮੇਲ ਕਾਊਂਟਰ ਪਾਰਟਸ ਆ, ਫੀਮੇਲ ਕਾਊਂਟਰ ਪਾਰਟਸ ਆ, ਰਜ਼ੀਆ ਇਹ ਸੋਚਦੀ ਹੋਏਗੀ ਵੀ ਸ਼ਾਇਦ ਸ਼ੇਰੂ ਕੀ ਆ ਸ਼ਿਕਾਰ ਕਰਨ ਦੇ ਲਈ ਜਿਹੜੇ ਹਿਊਮਨਸ ਵਿਲੇਜ ਬਣੇ ਹੋਣਗੇ ਉਹਦੇ ਵਿੱਚ ਚਲਿਆ ਗਿਆ ਹੋਊਗਾ, ਅਤੇ ਸ਼ਾਇਦ ਉਹਨੂੰ ਉੱਥੇ ਫੜ ਲਿਆ ਹੋਊ ਜਾਂ ਉਹਨੂੰ ਮਾਰ ਦਿੱਤਾ ਹੋਊਗਾ। ਇਹ ਸੋਚ ਕੇ ਵੀ ਉਹ ਘਬਰਾ ਰਹੀ ਆ, ਕਿਉਂਕਿ ਹਮੇਸ਼ਾ ਜਿਹੜੇ ਸ਼ਿਕਾਰੀ ਨੇ ਉਹ ਇਹ ਤਾਕ ਦੇ ਵਿੱਚ ਰਹਿੰਦੇ ਆ ਵੀ ਕਦੋਂ ਉਹਨਾਂ ਨੂੰ ਟਾਈਗਰ ਦੀ ਚੀਜ਼ ਮਿਲੇ ਅਤੇ ਉਹਨਾਂ ਨੂੰ ਮਾਰ ਕੇ ਉਹਨਾਂ ਦੀ ਸਕਿਨ ਲੈ ਸਕਣ। ਤਾਂ ਇਸ ਚੀਜ਼ ਦਾ ਡਰ ਹਮੇਸ਼ਾ ਬੈਠਿਆ ਰਹਿੰਦਾ ਵਾ। ਹੁਣ ਦੇਖੋ ਇਹਦੇ ਹੈ ਸਮਰੀ, ਰਾਈਟ ਦੀ ਸਮਰੀ ਆਫ ਦੀ ਪੋਇਮ ਰਜ਼ੀਆ ਦੀ ਟਾਈਗਰੈਸ। ਹੁਣ ਅਸੀਂ ਇਹਦੇ ਸਮਰੀ ਦੱਸਣੀ ਆ ਵੀ ਇਹ ਰਜ਼ੀਆ ਦੀ ਟਾਈਗਰੈਸ ਕੀ ਆ। ਆਨਸਰ ਹੈ ਦੀ ਰਜ਼ੀਆ ਵਾਜ਼ ਅ ਯੰਗ ਟਾਈਗਰਸ, ਵੀ ਜਿਹੜੀ ਰਜ਼ੀਆ ਵਾ ਉਹ ਇੱਕ ਯੰਗ ਟਾਈਗਰਸ ਆ। ਸ਼ੀ ਹੈਜ਼ ਏ 2 ਲਿਟਲ ਕਬਸ, ਉਹਦੇ ਛੋਟੇ ਜਿਹੇ 2 ਬੱਚੇ ਨੇ। ਹਰ ਮੇਲ ਕੰਪੇਨੀਅਨ ਸ਼ੇਰੂ ਹੈਜ਼ ਲੈਫਟ ਹਰ, ਵੀ ਜਿਹੜਾ ਉਹਦਾ ਮੇਲ ਕੰਪੇਨੀਅਨ ਸੀਗਾ ਸ਼ੇਰੂ ਉਹਨਾਂ ਨੂੰ ਛੱਡ ਕੇ ਜਾ ਚੁੱਕਿਆ ਵਾ। ਨਾਓ ਰਜ਼ੀਆ ਇਜ਼ ਵਰਿਡ ਅਬਾਊਟ ਦੀਅਰ 2 ਕਬਸ, ਵੀ ਹੁਣ ਆਪਣੇ 2 ਜਿਹੜੇ ਛੋਟੇ ਬੱਚੇ ਨੇ ਉਹਨਾਂ ਬਾਰੇ ਸੋਚ ਕੇ ਡਰ ਰਹੀ ਆ। ਸ਼ੀ ਕੈਨ ਨਾਟ ਟੂ ਬੀ ਅ ਲੀਵ ਦੈਮ ਅਲੋਨ, ਉਹਨਾਂ ਨੂੰ ਕੀ ਆ ਇਕੱਲੇ ਵੀ ਨਹੀਂ ਛੱਡ ਕੇ ਜਾ ਸਕਦੀ। ਐਂਡ ਗੋ ਹੰਟਿੰਗ ਫॉर ਅ ਫੂਡ, ਅਤੇ ਉਹ ਫੂਡ ਖਾਣ ਦੇ ਲਈ ਵੀ ਜਾ ਨਹੀਂ ਸਕਦੀ ਹੈਗੀ। ਹੈਨੀਅਨਸ can come and kill the little cubs. She is afeared of the approachers also, ਵੀ ਜਿਹੜੇ ਹੈਨੀਅਨਸ ਨੇ ਲੱਕੜਬੱਗੇ ਨੇ ਉਹ ਆਉਣਗੇ ਅਤੇ ਉਹਦੇ ਬੱਚਿਆਂ ਨੂੰ ਛੋਟਿਆਂ ਨੂੰ ਖਾ ਜਾਣਗੇ, ਮਾਰ ਦੇਣਗੇ। ਅਤੇ ਇਸ ਚੀਜ਼ ਤੋਂ ਵੀ ਡਰਦੀ ਆ ਕਿ ਸ਼ਿਕਾਰੀ ਵੀ ਉਹਨੂੰ ਫੜ ਨਾ ਲੈਣ। ਤਾਂ ਇਸ ਤਰ੍ਹਾਂ ਦੇ ਕਰਕੇ ਜਿਹੜੀ ਰਜ਼ੀਆ ਵਾ ਉਹ ਕਿਤੇ ਨਹੀਂ ਜਾ ਰਹੀ, ਆਪਣੀ ਕੇਵਸ ਦੇ ਵਿੱਚ ਹੀ ਬੈਠੀ ਆ। ਵਟ ਇਜ਼ ਦੀ ਥੀਮ ਦੀ ਸੈਂਟਰਲ ਆਈਡੀਆ ਆਫ ਦੀ ਪੋਇਮ ਰਜ਼ੀਆ ਦੀ ਟਾਈਗਰੈਸ, ਇਹਦੇ ਵਿੱਚ ਜਿਹੜਾ ਥੀਮ ਜਾਂ ਸੈਂਟਰਲ ਆਈਡੀਆ ਕੀ ਹੈ ਇਸ ਪੋਇਮ ਦਾ, ਰਜ਼ੀਆ ਦੀ ਟਾਈਗਰੈਸ ਦਾ। ਆਨਸਰ ਹੈ ਦੀ ਪੋਇਮ ਇਜ਼ ਅੰਡਰਲਾਈਨ ਦੀ ਗ੍ਰੇਵ ਡੇਂਜਰਸ ਟੂ ਦੀ ਵਾਈਲਡ ਲਾਈਫ ਰਿਜ਼ਲਟਿੰਗ ਫਰੋਮ ਟੂ ਦੀ ਡਿਸਟਰਕਸ਼ਨ ਆਫ ਟੂ ਦੀ ਫੋਰੈਸਟ। ਕਹਿੰਦੇ ਇਹ ਪੋਇਮ ਸਾਨੂੰ ਇਹ ਚੀਜ਼ ਦੱਸ ਰਹੀ ਆ ਵੀ ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਉੱਤੇ ਕਿੰਨਾ ਜ਼ਿਆਦਾ ਖਤਰਾ ਛਾ ਰਿਹਾ ਵਾ ਜੰਗਲਾਂ ਦੀ ਕਟਾਈ ਦੇ ਕਰਕੇ। ਦੀ ਮੈਨ ਹੈਜ਼ ਸਪਰੈਸਡ ਦੀ ਲੈਂਡ ਬਿਲੋਂਗਸ ਟੂ ਦੀ ਵਾਈਲਡ ਐਨੀਮਲਸ, ਕਹਿੰਦੇ ਜਿਹੜੇ ਬੰਦੇ ਨੇ ਉਹ ਕੀ ਨੇ, ਕੁਦਰਤ ਦੁਆਰਾ ਦਿੱਤੀ ਗਈ ਜਿਹੜੀ ਜਗ੍ਹਾ ਵਾ ਜਾਂ ਜੰਗਲੀ ਜਾਨਵਰਸ ਨੇ ਜਿਹੜੀ ਲੈਂਡ ਉਹਨਾਂ ਨੂੰ ਬਿਲੋਂਗ ਕਰਦੇ ਆ ਉਹਨੂੰ ਵੀ ਹੜੱਪਣ ਦੀ ਕੋਸ਼ਿਸ਼ ਕਰ ਰਹੇ ਨੇ। ਨਾਓ ਦੀ ਪੂਅਰ ਐਨੀਮਲਸ ਹੈਵ ਨੋ ਵੇਅਰ ਟੂ ਲੀਵ, ਹੁਣ ਜਿਹੜੇ ਪੂਅਰ ਜਾਨਵਰ ਨੇ ਉਹਨਾਂ ਨੂੰ ਰਹਿਣ ਦੇ ਲਈ ਹੁਣ ਕੋਈ ਜਗ੍ਹਾ ਨਹੀਂ ਹੈ। ਦੇ ਲੀਵ ਇਨ ਦੀ ਡੇਂਜਰਸ ਆਫ ਦੀ ਅਪਰੋਚਰਸ, ਉਹ ਹਮੇਸ਼ਾ ਕੀ ਨੇ ਸ਼ਿਕਾਰੀਆਂ ਦੇ ਡਰ ਦੇ ਵਿੱਚ ਜਿਉਂਦੇ ਨੇ।
ਥਰਡ ਕੁਐਸਚਨ ਹੈ ਵਾਈ ਡਜ਼ ਦੀ ਰਜ਼ੀਆ ਦੀ ਟਾਈਗਰਸ ਲੀਵ ਅਲੋਨ, ਜਿਹੜੀ ਰਜ਼ੀਆ ਜਿਹੜੀ ਕਿ ਇੱਕ ਸ਼ੇਰਨੀ ਆ ਜਾਂ ਚਿਤਨੀ ਆ, ਉਹਦਾ ਕੱਲੀ ਕਿਉਂ ਰਹਿ ਰਹੀ ਆ। ਆਂਸਰ ਹੈ ਦੀ ਰਜ਼ੀਆ ਦੀ ਟਾਈਗਰਸ ਯੂਜ਼ ਟੂ ਲੀਵ ਵਿਦ ਹਰ ਮੇਲ ਬੇਲ ਸ਼ੇਰੂ, ਵੀ ਜਿਹੜੀ ਰਜ਼ੀਆ ਵਾ ਉਹ ਆਪਣੇ ਮੇਲ ਕਾਊਂਟਰਪਾਰਟਸ ਜਿਹੜਾ ਵਾ ਕੰਪੇਨੀਅਨ ਆ ਸ਼ੇਰੂ ਦੇ ਨਾਲ ਰਹਿ ਰਹੀ ਆ। ਬਟ ਸੂਨ ਆਫਟਰ ਦੀ ਬਰਥ ਆਫ 2 ਕਬਸ ਸ਼ੇਰੂ ਲੈਫਟ ਹਰ, ਵੀ ਜਦੋਂ ਉਹਦੇ 2 ਛੋਟੇ ਬੱਚੇ ਹੋਏ ਤਾਂ ਸ਼ੇਰੂ ਉਹਨਾਂ ਨੂੰ ਛੱਡ ਕੇ ਚਲਾ ਗਿਆ। ਹੀ ਹੈਜ਼ ਨਾਟ ਕਮ ਬੈਕ, ਉਹ ਦੁਬਾਰਾ ਵਾਪਸ ਨਹੀਂ ਆਇਆ। ਦੈਟ ਇਜ਼ ਵਾਈ ਰਜ਼ੀਆ ਇਜ਼ ਲਿਵਿੰਗ ਅਲੋਨ ਵਿਦ ਦੀਅਰ 2 ਕਬਸ, ਅਤੇ ਤਾਂ ਕਰਕੇ ਜਿਹੜੀ ਰਜ਼ੀਆ ਵਾ ਹੁਣ ਇਕੱਲੀ ਹੀ ਆਪਣੇ 2 ਬੱਚਿਆਂ ਨਾਲ ਰਹਿ ਰਹੀ ਆ। ਫੋਰਥ ਕੁਐਸਚਨ ਆ ਵਟ ਵਾਸ ਦੀ ਸ਼ੇਰੂਜ਼ ਐਕਸਪਰਟੀਜ਼, ਵੀ ਐਕਸਪਰਟਸ ਕਿਹਦੇ ਵਿੱਚ ਸੀਗਾ ਸ਼ੇਰੂ। ਆਂਸਰ ਹੈ ਦੀ ਸ਼ੇਰੂ ਵਾਜ਼ ਅ ਗੁੱਡ ਐਟ ਹੰਟਿੰਗ, ਵੀ ਇੱਕ ਸ਼ਿਕਾਰ ਕਰਨ ਦੇ ਵਿੱਚ ਸ਼ੇਰੂ ਬਹੁਤ ਜ਼ਿਆਦਾ ਚੰਗਾ ਸੀ। ਹੀ ਹੈਡ ਏ ਗੁੱਡ ਨੌਲੇਜ ਆਫ ਦੀ ਵਿੰਡਸ ਐਂਡ ਦੇਅਰ ਡਾਇਰੈਕਸ਼ਨ, ਕਹਿੰਦੇ ਉਹ ਬਹੁਤ ਸਾਰੀ ਉਹਨੂੰ ਨੌਲੇਜ ਸੀ ਹਵਾਵਾਂ ਦੇ ਬਾਰੇ ਅਤੇ ਦਿਸ਼ਾਵਾਂ ਦੇ ਬਾਰੇ। ਹੀ ਨਿਊ ਦੈਟ ਹੀ ਸ਼ੁੱਡ ਕੀਪ ਹਿਮਸੈਲਫ ਔਨ ਦੀ ਅਪਸਾਈਡ ਆਫ ਦੀ ਵਿੰਡਸ, ਉਹ ਜਾਣਦਾ ਸੀ ਵੀ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਉੱਪਰਲੀ ਹਵਾਵਾਂ ਦੇ ਵਿੱਚ ਰੱਖਣਾ ਵਾ। ਦਸ ਹੀ ਸਿਕੰਡਸ ਵੁੱਡ ਨਾਟ ਟੂ ਦੀ ਰੀਚ ਦੀ ਡੀਅਰਸ ਹੀ ਗॉट ਦੈਮ ਈਜ਼ਲੀ, ਕਹਿੰਦੇ ਇਸ ਕਰਕੇ ਜਿਹੜਾ ਡੀਅਰ ਸੀਗਾ ਉਹਦੇ ਨੇੜੇ ਆਉਣ ਤੱਕ ਉਹਨੂੰ ਨਹੀਂ ਪਛਾਣ ਸਕਦਾ ਸੀ ਅਤੇ ਇਸ ਕਰਕੇ ਉਹ ਈਜ਼ਲੀ ਉਹਨੂੰ ਫੜ ਲੈਂਦਾ ਸੀ। ਨੈਕਸਟ ਕੁਐਸਚਨ ਹੈ ਤੁਹਾਡੇ ਕੋਲ ਵਟ ਹੈਪਨ ਟੂ ਦੀ ਸ਼ੇਰੂ, ਸ਼ੇਰੂ ਦੇ ਨਾਲ ਕੀ ਹੋਇਆ ਹੋਵੇਗਾ ਜਾਂ ਕੀ ਹੋਇਆ। ਆਂਸਰ ਹੈ ਦੀ ਫੋਰੈਸਟ ਹੈਡ ਬੀਨ ਡਿਸਟਰੋਇਡ, ਵੀ ਜਿਹੜਾ ਫੋਰੈਸਟ ਸੀਗਾ ਉਹ ਬਿਲਕੁਲ ਖ਼ਤਮ ਹੋ ਚੁੱਕਿਆ ਸੀ। ਦੇਅਰ ਵਾਜ਼ ਨਾਟ ਇਨਫ ਗੇਮ ਫॉर ਸ਼ੇਰੂ, ਹੁਣ ਸ਼ੇਰੂ ਦੇ ਲਈ ਉੱਥੇ ਸ਼ਿਕਾਰ ਕਰਨ ਦੇ ਲਈ ਕੁਛ ਵੀ ਨਹੀਂ ਰਿਹਾ। ਇਟ ਬਿਕੇਮਸ ਡਿਫੀਕਲਟ ਫॉर ਹਿਮ ਟੂ ਫਾਈਂਡ ਫੂਡ, ਕਹਿੰਦੇ ਉਹਨੂੰ ਖਾਣਾ ਲੱਭਣ ਦੇ ਵਿੱਚ ਬਹੁਤ ਜ਼ਿਆਦਾ ਡਿਫੀਕਲਟੀ ਹੋ ਰਹੀ ਸੀ। ਦੇਅਰ ਵਾਜ਼ ਦੀ ਡੇਂਜਰ ਆਫ ਪਰੋਚਰ ਆਲਸੋ, ਹੁਣ ਉਹਨੂੰ ਸ਼ਿਕਾਰੀਆਂ ਦਾ ਵੀ ਡਰ ਸੀ। ਸੋ ਹੀ ਲੈਫਟ ਦੀ ਜੰਗਲ ਐਂਡ ਵੈਂਟ ਸਮਵੇਅਰ ਐਲਸ, ਕਹਿੰਦੇ ਤਾਂ ਕਰਕੇ ਉਹ ਕੀ ਆਪਣਾ ਜੰਗਲ ਛੱਡ ਕੇ ਕਿਤੇ ਹੋਰ ਚਲਾ ਗਿਆ। ਸਿਕਸਥ ਕੁਐਸਚਨ ਆ ਵਟ ਆਰ ਦੀ ਰਜ਼ੀਅਸ ਫੀਅਰ, ਰਜ਼ੀਆ ਦਾ ਕੀ ਡਰ ਸੀ। ਆਂਸਰ ਹੈ ਦੀ ਰਜ਼ੀਆ ਵਾਜ਼ 2 ਲਿਟਲ ਕੌਪਸ, ਰਜ਼ੀਆ ਕੋਲ 2 ਛੋਟੇ ਬੱਚੇ ਨੇ। ਸ਼ੀ ਕੈਨ ਨਾਟ ਟੂ ਬੀ ਲੀਵ ਦੈਮ ਅਲੋਨ ਐਂਡ ਗੋ ਹੰਟਿੰਗ, ਕਹਿੰਦੇ ਉਹਨਾਂ ਨੂੰ ਦੋਹਾਂ ਨੂੰ ਇਕੱਲੇ ਛੱਡ ਕੇ ਨਹੀਂ ਜਾ ਸਕਦੀ ਅਤੇ ਸ਼ਿਕਾਰ ਨਹੀਂ ਕਰ ਸਕਦੀ। ਹੈਨੀਅਨ ਕੈਨ ਕੇਮ ਐਂਡ ਕਿਲ ਦੈਮ, ਕਿਉਂਕਿ ਹੈਨੀਅਨਸ ਜਿਹੜੇ ਨੇ ਜਾਣੀ ਕਿ ਲੱਕੜ ਬੱਗੇ ਨੇ ਉਹ ਆਉਣਗੇ ਅਤੇ ਉਹਨਾਂ ਨੂੰ ਮਾਰ ਕੇ ਖਾ ਜਾਣਗੇ। ਦੈਨ ਦੇਅਰ ਇਜ਼ ਦਾ ਫੀਅਰ ਆਫ ਪਰੋਚਰ ਆਲਸੋ, ਹੁਣ ਕੀ ਹੈ ਸ਼ਿਕਾਰੀਆਂ ਦਾ ਵੀ ਡਰ ਉਹਨਾਂ ਨੂੰ ਬਹੁਤ ਜ਼ਿਆਦਾ ਵਾ। ਦੇ ਕੈਨ ਬੀ ਕਮ ਵਿਦ ਦੇਅਰ ਗਨਸ ਐਂਡ ਕਿਲ ਆਲ ਆਫ ਦੈਮ, ਕਹਿੰਦੇ ਵੀ ਉਹ ਕਦੇ ਵੀ ਆਪਣੀ ਗਨਸ ਦੇ ਨਾਲ ਆਉਣਗੇ ਸ਼ਿਕਾਰੀ ਅਤੇ ਉਹਨਾਂ ਨੂੰ ਮਾਰ ਕੇ ਲੈ ਜਾਣਗੇ। ਤਾਂ ਇਹ ਡਰ ਸੀਗਾ ਰਜ਼ੀਆ ਨੂੰ, ਜਿਹੜੀ ਕਿ ਇੱਕ ਮਦਰ ਵੀ ਆ ਅਤੇ ਇੱਕ ਵਾਈਫ ਵੀ ਆ, ਪਰ ਉਹ ਦੋਹਾਂ ਚੀਜ਼ਾਂ ਨੂੰ ਸੋਚ ਕੇ ਹੁਣ ਉਹ ਆਪਣੇ ਬੱਚਿਆਂ ਦੇ ਨਾਲ ਉੱਥੇ ਬੈਠੀ ਆ ਅਤੇ ਹੁਣ ਉਹ ਕੀ ਕਰਨਾ ਚਾਹੁੰਦੀ ਆ ਆਪਣੀ ਲਾਈਫ ਦੇ ਵਿੱਚ, ਆਪਣੀ ਲਾਈਫ ਨੂੰ ਕਿਵੇਂ ਬਚਾਵੇ, ਸਾਰੀਆਂ ਚੀਜ਼ਾਂ ਦੀ ਦੁਵਿਧਾ ਜਿਹੜੇ ਉਹਦੇ ਦਿਮਾਗ ਦੇ ਵਿੱਚ ਫਸੀ ਹੋਈ ਆ। ਅਤੇ ਇਹ ਬਹੁਤ ਵੱਡਾ ਸਿਚੁਏਸ਼ਨ ਕ੍ਰੀਏਟ ਕਰ ਦਿੰਦੀ ਹੈ ਇੱਕ ਮਾਂ ਦੇ ਲਈ ਅਤੇ ਇੱਕ ਵਾਈਫ ਦੇ ਲਈ ਵੀ, ਕਿਸ ਤਰੀਕੇ ਨਾਲ ਉਹ ਇਹ ਚੀਜ਼ਾਂ ਦਿਖਾਵੇ। ਅਤੇ ਇਹ ਚੀਜ਼ਾਂ ਦਿਖਾਈਆਂ ਗਈਆਂ ਨੇ ਵੀ ਜਿਹੜੇ ਐਨੀਮਲਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਦਿਲ ਹੁੰਦਾ ਅਤੇ ਉਹਨਾਂ ਦੇ ਵਿੱਚ ਵੀ ਸੋਚਣ ਸ਼ਕਤੀ ਹਿਊਮਨਸ ਨਾਲੋਂ ਅੱਜ ਕੱਲ੍ਹ ਵੱਧ ਗਈ ਆ, ਕਿਉਂਕਿ ਹਿਊਮਨਸ ਜਿਹੜੇ ਨੇ ਉਹ ਸਿਰਫ ਆਪਣੇ ਬੈਨੀਫਿਟ ਲਈ ਸੋਚਦੇ ਆ, ਬਟ ਜਿਹੜੇ ਐਨੀਮਲਸ ਨੇ ਉਹ ਆਪਣੇ ਲਈ ਅਤੇ ਦੂਸਰਿਆਂ ਬਾਰੇ ਵੀ ਸੋਚਦੇ ਆ। ਇਹ ਚੀਜ਼ ਇਸ ਪੋਇਮ ਦੇ ਵਿੱਚ ਸ਼ੋਅ ਕੀਤੀ ਗਈ ਆ। ਆਈ ਹੋਪ ਤੁਹਾਨੂੰ ਇਹ ਪੋਇਮ ਵਧੀਆ ਲੱਗੀ ਹੋਏਗੀ ਅਤੇ ਮੈਂ ਥੈਂਕਸ ਕਰਨਾ ਚਾਹੂੰਗਾ ਜਿਹੜੇ ਵੀ ਵਿਊਅਰਸ ਜਿਹੜੇ ਮੇਰੇ ਨਾਲ ਹਮੇਸ਼ਾ ਜੁੜਦੇ ਨੇ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ, ਅਤੇ ਜਿਹੜੇ ਨਿਊ ਵਿਊਅਰਸ ਨੇ ਜਿਨ੍ਹਾਂ ਨੇ ਮੇਰਾ ਚੈਨਲ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਅਤੇ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਤਾਂ ਪਲੀਜ਼ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਅਤੇ ਮੇਰੀ ਮਿਹਨਤ ਦੇ ਉੱਤੇ ਵੀ ਤੁਸੀਂ ਆਪਣਾ ਯੋਗਦਾਨ ਪਾਇਆ ਕਰੋ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਅਤੇ ਸਟੱਡੀ ਟਾਈਮ ਟਿਊਸ਼ਨ, ਇਹ ਦੋਨੇ ਕੋ ਪਾਰਟਨਰਸ ਨੇ ਮੇਰੇ ਹੀ ਦੇ ਦੋ ਹੀ ਚੀਜ਼ਾਂ ਨੇ ਅਤੇ ਇਹਨਾਂ ਨੂੰ ਮੈਂ ਸਾਈਮਲਟੇਨੀਅਸਲੀ ਰਨ ਕਰ ਰਿਹਾ ਵਿਦ ਦੀ ਹੈਲਪ ਆਫ these kinds of students. Thanks a lot watching for my session.